ਵਾਹਿਗੁਰੂ ਜੀ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਜਿਹ ਪ੍ਰਸਾਦ ਸਚ ਹੋਇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਬੇਗਾਨਾ ਬਿਨਾਸਨ ਸੋਇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਬੇਗਾਨਾ ਬਿਨਾਸਨ ਸੋਇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਘੜਤ ਘੜੀ ਹੈ, ਰੂਪ ਰੰਗ ਕੇ ਵੇਸ। ਧਰਮ ਖੰਡ ਕਾ ਇਹੋ ਧਰਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਵੱਡੇ ਭਾਗਾਂ ਵਾਲੇ ਹੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਆਓ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ, ਜੋ ਕਿ ਸਤਿਗੁਰੂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 7 ਦੇ ਉੱਪਰ 34 ਪੌੜੀਆਂ ਤੱਕ ਦੀ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸ਼ਰਵਣ ਕੀਤੀ ਹੋਈ ਹੈ। 35ਵੀਂ ਪੌੜੀ ਆਰੰਭ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਸਿੱਧਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ, ਕਿਉਂਕਿ ਸਿੱਧਾਂ ਨੇ ਮਹਾਰਾਜ ਜੀ ਨੂੰ ਹੁਣ ਸਵਾਲ ਕੀਤਾ, ਮਹਾਰਾਜ ਜੀ ਤੁਸੀਂ ਸਾਨੂੰ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਜਿਹੜੇ ਲੋਕ ਕਰਮ ਕਰਦੇ ਨੇ ਨਾ, ਜਿਵੇਂ ਸ਼ਾਸਤਰਾਂ ਦੇ ਵਿੱਚ ਜਾਂ ਹੋਰ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਜਿਹੜੇ ਕਰਮ ਕਾਂਡਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਨਾ, ਕਰਮ ਕਾਂਡ, ਉਪਾਸਨਾ ਕਾਂਡ ਜਾਂ ਗਿਆਨ ਕਾਂਡ, ਮਹਾਰਾਜ ਤੁਸੀਂ ਉਹਨਾਂ ਬਾਰੇ ਸਾਨੂੰ ਸਮਝਾਇਆ। ਹੁਣ ਮਹਾਰਾਜ ਤੁਸੀਂ ਕਿਰਪਾ ਕਰੋ ਸਾਨੂੰ ਹੋਰ ਦੱਸੋ ਕਰਮ ਕਾਂਡੀਆਂ ਦੇ ਬਾਰੇ, ਕਿ ਜਿਹੜੇ ਕਰਮ ਕਾਂਡੀ ਹੁੰਦੇ ਨੇ ਇਹ ਹੋਰ ਕੀ ਕਰਦੇ ਨੇ, ਜਾਂ ਕਹਿ ਲਓ ਕਿ ਕਰਮ ਕਾਂਡੀਆਂ ਦੇ ਕਿਹੜੇ ਧਰਮ ਹੁੰਦੇ ਨੇ। ਮਹਾਰਾਜ ਤੁਸੀਂ ਸਾਨੂੰ ਇਸ ਦੇ ਬਾਰੇ ਚਾਨਣਾ ਪਾਓ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਜੀ ਸਿੱਧਾਂ ਦੇ ਇਸ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਮਹਾਰਾਜ ਜੀ ਕਹਿ ਰਹੇ ਨੇ, ਧਰਮ ਖੰਡ ਕਾ ਇਹੋ ਧਰਮ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਧਰਮ ਖੰਡ, ਇੱਥੇ ਜਿਹੜਾ ਧਰਮ ਪਦ ਆਇਆ ਨਾ, ਇਸ ਧਰਮ ਸ਼ਬਦ ਦਾ ਜਿਹੜਾ ਅਰਥ ਹੈ ਉਹ ਇੱਥੇ ਕਰਮ ਕੀਤਾ ਜਾਵੇਗਾ, ਕਿਉਂਕਿ ਸੰਪਰਦਾਵਾਂ ਦੇ ਵਿੱਚ ਕਰਮ ਅਰਥ ਹੀ ਹੈ ਜਿਹੜਾ ਉਹ ਪ੍ਰਚਲਿਤ ਕੀਤਾ ਗਿਆ, ਕਿਉਂਕਿ ਧਰਮ ਦਾ ਅਰਥ ਵੀ ਕਰਮ ਹੀ ਹੁੰਦਾ ਹੈ। ਸ੍ਰੇਸ਼ਟ ਕਰਮ ਕਰਨੇ ਔਰ ਆਪਣੇ ਆਪ ਨੂੰ ਵਿਕਾਰਾਂ ਤੋਂ ਮੁਕਤ ਰੱਖਣਾ ਉਹ ਧਰਮੀ ਹੋਣ ਦਾ ਸਬੂਤ ਹੈ। ਜਿਵੇਂ ਆਪਾਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਹੈ ਜਿਹੜਾ ਉਸ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਹੈ। ਉਜਲ ਪਾਕ ਪਵਿੱਤਰ ਕਰਮ ਕਰਨੇ ਨੇ ਜਿਹੜੇ ਉਹ ਧਰਮੀ ਹੋਣ ਦਾ ਸਬੂਤ ਨੇ। ਸੋ ਰਹੋ ਵਿਚਾਰ, ਇੱਥੇ ਜਿਹੜਾ ਧਰਮ ਪਦ ਆਇਆ ਹੈ, ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਧਰਮ ਖੰਡ ਦੀ ਮਹਾਰਾਜ ਗੱਲ ਕਰ ਰਹੇ ਨੇ, ਉਹ ਅਸਲ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਭਾਈ ਕਰਮ ਕਾਂਡੀ ਨੇ ਨਾ ਜਿਹੜੇ, ਉਹਨਾਂ ਦਾ ਇਹੋ ਧਰਮ ਜਿਹੜਾ ਅਸੀਂ ਪਹਿਲਾਂ ਤੁਹਾਨੂੰ 34ਵੀਂ ਪੌੜੀ ਦੇ ਵਿੱਚ ਜਿਹੜੇ ਅਸੀਂ ਤੁਹਾਨੂੰ ਤਰੀਕੇ ਦੱਸੇ ਨੇ ਨਾ, ਉਹ ਹੀ ਕਰਮ ਕਾਂਡੀਆਂ ਦਾ ਧਰਮ ਹੈ। ਗਿਆਨ ਖੰਡ ਕਾ ਆਖੋ ਕਰਮ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿੱਧ ਕਹਿੰਦੇ ਨੇ, ਮਹਾਰਾਜ ਜੀ ਜਿਹੜੇ ਗਿਆਨ ਕਾਂਡ ਵਾਲੇ ਜਿਹੜੇ ਮਹਾਤਮਾ ਨੇ ਨਾ, ਸਾਨੂੰ ਕਿਰਪਾ ਕਰਕੇ ਉਹਨਾਂ ਦਾ ਹੁਣ ਕਰਮ ਦੱਸੋ।
ਜਾਂ ਜਿਹੜੇ ਗਿਆਨ ਕੰਡ ਵਾਲੇ ਨੇ ਮਹਾਰਾਜ, ਉਹ ਸੰਸਾਰ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਨੇ, ਉਹਦੇ ਬਾਰੇ ਮਹਾਰਾਜ ਜੀ ਸਾਨੂੰ ਹੁਣ ਦੱਸੋ, ਸਾਨੂੰ ਸਮਝਾਓ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਧਾਂ ਦੇ ਇਸ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਸਤਿਗੁਰੂ ਜੀ ਬਾਣੀ ਵਿਚਾਰਦੇ ਹੋਏ ਕਹਿ ਰਹੇ ਨੇ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਭਾਈ ਕੀਤੇ ਪਵਨ ਪਾਣੀ ਵੈ ਸੰਤਰ। ਮਹਾਰਾਜ ਕਹਿੰਦੇ, ਭਾਈ ਕਿਤਨੇ ਹੀ ਪ੍ਰਕਾਰ ਦਾ ਨਾ ਇਸ ਸ੍ਰਿਸ਼ਟੀ ਦੇ ਉੱਤੇ ਪਾਣੀ ਹੈ, ਕਿਤਨੇ ਹੀ ਪ੍ਰਕਾਰ ਦੀ ਇਸ ਸ੍ਰਿਸ਼ਟੀ ਦੇ ਉੱਤੇ ਪੌਣ ਹੈ। ਗ੍ਰੰਥਾਂ ਦੇ ਵਿੱਚ 49 ਪ੍ਰਕਾਰ ਦੀ ਜਿਹੜੀ ਪੌਣ ਹੈ ਉਹ ਲਿਖੀ ਗਈ ਹੈ। ਉਹਨਾਂ ਦੇ ਵਿੱਚੋਂ 10 ਪ੍ਰਕਾਰ ਦੀ ਜਿਹੜੀ ਪੌਣ ਹੈ ਉਹ ਮਨੁੱਖ ਦੇ ਸਰੀਰ ਦੇ ਵਿੱਚ ਹੀ ਹੁੰਦੀ ਹੈ। ਸੋ ਕਹਿਣ ਦਾ ਭਾਵ, ਮਹਾਰਾਜ ਕਹਿੰਦੇ, ਭਾਈ ਕਿਤਨੇ ਪ੍ਰਕਾਰ ਦੀ ਪਵਨ ਹਵਾ ਹੈ, ਕਿਤਨੇ ਪ੍ਰਕਾਰ ਦਾ ਪਾਣੀ ਹੈ। ਕਿਉਂਕਿ ਕਿਧਰੇ ਪਾਣੀ ਮਿੱਠਾ ਹੁੰਦਾ, ਕਿਧਰੇ ਫਿੱਕਾ ਹੁੰਦਾ, ਕਿਧਰੇ ਬਕਬਕਾ ਹੈ, ਕਿਧਰੇ ਪਾਣੀ ਦਾ ਰੰਗ ਨੀਲਾ ਹੈ, ਕਿਧਰੇ ਮਿੱਟੀ ਰੰਗਾ ਜਿਹਾ ਹੈ, ਜਾਂ ਕਿਧਰੇ ਗੰਧਲਾ ਪਾਣੀ ਹੈ। ਮਹਾਰਾਜ ਕਹਿੰਦੇ, ਭਾਈ ਵੈਸੰਤਰ ਨਾਮ ਹੈ ਨਾ ਜਿਹੜਾ, ਉਹ ਅਗਨੀ ਦਾ ਹੈ। ਕਿਤਨੇ ਪ੍ਰਕਾਰ ਦੀ ਅਗਨੀ ਹੈ। ਅੱਗ ਜਿਹਨੂੰ ਆਪਾਂ ਬੋਲ ਦਿੰਦੇ ਹਾਂ। ਇੱਕ ਉਹ ਅਗਨੀ ਹੈ ਜਿਹੜੀ ਅਸੀਂ ਭੋਜਨ ਪਕਾਉਣ ਵਾਸਤੇ ਬਾਲਦੇ ਹਾਂ। ਉਹ ਅਗਨੀ ਹੈ ਜਿਹੜੀ ਅਸੀਂ ਭੋਜਨ ਬਣਾਉਣ ਵਾਸਤੇ ਆਪਣੇ ਚੁੱਲ੍ਹਿਆਂ ਦੇ ਵਿੱਚ ਜਿਸ ਦੀ ਵਰਤੋਂ ਕਰਦੇ ਹਾਂ। ਇੱਕ ਉਹ ਅਗਨੀ ਹੈ ਜਿਹੜੀ ਸਾਡੇ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਦੀ ਹੈ। ਇੱਕ ਉਹ ਅਗਨੀ ਹੈ ਜਿਹਨੂੰ ਜਠਰ ਅਗਨ ਕਿਹਾ ਜਾਂਦਾ ਹੈ, ਕਿਉਂਕਿ ਜਿਹੜੀ ਅਗਨੀ ਹੈ ਉਹ ਭੋਜਨ ਨੂੰ ਹਜਮ ਕਰਨ ਦੇ ਵਿੱਚ ਸਾਡੀ ਮਦਦ ਕਰਦੀ ਹੈ। ਇੱਕ ਉਹ ਅਗਨੀ ਹੈ ਜਿਹੜੀ ਸੂਰਜ ਦੀ ਧੁੱਪ ਤੋਂ ਪੈਦਾ ਹੁੰਦੀ ਹੈ, ਪਾਣੀ ਨੂੰ ਸੁਕਾ ਦਿੰਦੀ ਹੈ। ਸੋ ਕਹਿਣ ਦਾ ਭਾਵ, ਮਹਾਰਾਜ ਕਹਿੰਦੇ ਨੇ, ਭਾਈ ਕੀਤੇ ਪਵਨ ਪਾਣੀ ਵੈ ਸੰਤਰ। ਸੋ ਕਿੰਨੇ ਪ੍ਰਕਾਰ ਦੀ ਹਵਾ ਹੈ, ਕਿੰਨੇ ਪ੍ਰਕਾਰ ਦਾ ਪਾਣੀ ਹੈ, ਕਿੰਨੇ ਪ੍ਰਕਾਰ ਦੀ ਅੱਗ ਹੈ। ਸੁਖਮਨੀ ਸਾਹਿਬ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਇਹੀ ਉਪਦੇਸ਼ ਦਿੰਦੇ ਨੇ, ਪੰਚਮ ਪਾਤਸ਼ਾਹ ਜੀ। ਮਹਾਰਾਜ ਕਹਿੰਦੇ ਨੇ, ਭਾਈ ਕਈ ਕੋਟ ਪਵਨ ਪਾਣੀ ਵੈ ਸੰਤਰ। ਸੋ ਕਿੰਨੇ ਪ੍ਰਕਾਰ ਦੀ, ਜਾਂ ਕਹਿ ਲਈਏ ਕਰੋੜਾਂ ਪ੍ਰਕਾਰ ਦੀ ਜਿਹੜੀ ਉਹ ਹਵਾ ਹੈ, ਕਰੋੜਾਂ ਪ੍ਰਕਾਰ ਦੀ ਜਿਹੜੀ ਉਹ ਅਗਨੀ ਹੈ, ਕਰੋੜਾਂ ਪ੍ਰਕਾਰ ਦੇ ਹੀ ਪਾਣੀ ਦੇ ਜਿਹੜੇ ਸੋਮੇ ਨੇ। ਤਾਂ ਮਹਾਰਾਜ ਕਹਿੰਦੇ, ਭਾਈ ਕੀਤੇ ਕਾਨ ਮਹੇਸ਼। ਮਹਾਰਾਜ ਜੀ ਸਾਨੂੰ ਇੱਥੇ ਸਮਝਾਉਂਦੇ ਨੇ, ਜਿਹੜੇ ਇੱਕ ਸ਼ਿਵ ਨੂੰ ਮੰਨਦੇ ਨੇ ਨਾ, ਉਹ ਇੱਥੇ ਮਹਾਰਾਜ ਜੀ ਦੀ ਰਮਜ ਸਮਝਣ। ਸਤਿਗੁਰੂ ਮਹਾਰਾਜ ਜੀ ਸਮਝਾ ਕੀ ਰਹੇ ਨੇ। ਮਹਾਰਾਜ ਜੀ ਕਹਿੰਦੇ, ਭਾਈ ਕੀਤੇ ਕਾਨ ਮਹੇਸ਼। ਮਹਾਰਾਜ ਕਹਿੰਦੇ, ਭਾਈ ਕਿਤਨੇ ਹੀ ਕ੍ਰਿਸ਼ਨ ਦੇ ਜਿਹੜੇ ਅਵਤਾਰ ਨੇ। ਇੱਥੇ ਸੰਸਾਰ ਦੇ ਵਿੱਚ ਕੋਈ ਇੱਕ ਅਵਤਾਰ ਨਹੀਂ ਹੋਇਆ ਕ੍ਰਿਸ਼ਨ ਦਾ, ਜਿਹਨੂੰ ਅਸੀਂ ਸਿਰਫ ਇੱਕ ਕ੍ਰਿਸ਼ਨ ਕਹਿ ਕਰਕੇ ਮੰਨੀ ਜਾਈਏ। ਸੰਸਾਰ ਦੇ ਵਿੱਚ ਬੇਅੰਤ ਹੀ ਕ੍ਰਿਸ਼ਨ ਦੇ ਅਵਤਾਰ ਨੇ। ਕਿਉਂਕਿ ਜਦੋਂ ਸਤਿਗੁਰੂ ਮਹਾਰਾਜ ਜੀ ਕਾਕਭਸੁੰਡ ਪਾਸ ਜਾਂਦੇ ਨੇ ਨਾ, ਮਹਾਰਾਜ ਨੇ ਉਹਨੂੰ ਪੁੱਛਿਆ ਸੀਗਾ ਵੀ ਤੈਨੂੰ ਇੱਥੇ ਬੈਠੇ ਨੂੰ ਕਿੰਨਾ ਟਾਈਮ ਹੋ ਗਿਆ ਹੈ, ਤੂੰ ਕਦੋਂ ਇੱਥੋਂ ਦਾ ਬੈਠਾ ਹੈ, ਕਦੋਂ ਦਾ ਇਸ ਅਸਥਾਨ ਤੇ ਬੈਠਾ ਹੈ। ਆ ਜਿਹੜਾ ਕਾਕਭਸੁੰਡ ਸੀ, ਉਹਨੇ ਇਹੀ ਗੱਲ ਕਹੀ ਸੀ, ਮਹਾਰਾਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਸਮੇਂ ਤੋਂ ਲੈ ਕਰਕੇ ਮੈਂ ਇੱਥੇ ਬੈਠਾ ਹਾਂ, ਮੈਂ ਰਾਮਚੰਦਰ ਜੀ ਦੇ 12 ਅਵਤਾਰ ਦੇਖੇ ਨੇ, ਔਰ ਕ੍ਰਿਸ਼ਨ ਜੀ ਦੇ 16 ਅਵਤਾਰ ਮੈਂ ਆਪਣੀ ਆਯੂ ਦੇ ਵਿੱਚ, ਆਪਣੀ ਉਮਰ ਦੇ ਵਿੱਚ ਦੇਖੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਕੀਤੇ ਕਾਨ ਮਹੇਸ਼। ਕਿਤਨੇ ਹੀ ਕ੍ਰਿਸ਼ਨ ਜੀ ਦੇ ਵੀ ਅਵਤਾਰ ਨੇ। ਮਹੇਸ਼ ਨਾਮ ਹੈ ਜਿਹੜਾ ਉਹ ਸ਼ਿਵ ਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਸ਼ਿਵ ਜੀ ਦੇ ਵੀ ਕਿਤਨੇ ਹੀ ਅਵਤਾਰ ਹੋਏ ਨੇ, ਕੇਵਲ ਇੱਕ ਸ਼ਿਵ ਨਹੀਂ ਜਾਣਨਾ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ ਕਿ ਏਕ ਸ਼ਿਵ ਭਏ ਏਕ ਗਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਕੀ ਅਨੇਕ ਹੈ। ਕਿ ਇੱਥੇ ਬੇਅੰਤ ਹੀ ਸ਼ਿਵ ਆਏ ਚਲੇ ਗਏ। ਇੱਥੇ ਇੱਕ ਦੀ ਗੱਲ ਨਹੀਂ, ਇੱਕ ਨਹੀਂ ਜਾਣਨਾ। ਇੱਥੇ ਉਸ ਪਰਮੇਸ਼ਰ ਵਾਹਿਗੁਰੂ ਨੇ ਸਮੇਂ ਦੇ ਅਨੁਸਾਰ ਬਥੇਰੇ ਸ਼ਿਵ ਬਣਾ ਕਰਕੇ ਭੇਜੇ, ਬਥੇਰੇ ਬ੍ਰਹਮਾ ਬਣਾ ਕਰਕੇ ਭੇਜੇ, ਸੰਸਾਰ ਦੇ ਵਿੱਚ ਆਏ, ਔਰ ਉਸ ਪਰਮੇਸ਼ਰ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਸੰਸਾਰ ਤੋਂ ਚਲੇ ਗਏ ਨੇ। ਧੰਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਪਰ ਕਿਰਪਾ ਕਰਦੇ ਨੇ। ਮਹਾਰਾਜ ਜੀ ਦਾ ਵੀ ਇਹੀ ਫਰਮਾਨ ਹੈ। ਭੈਰੋ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਭਾਈ ਕੋਟ ਵਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ,
ਕੋਟ ਬ੍ਰਹਮੇ ਜਗ ਸਾਜਣ ਲਾਏ। ਕਿ ਉਸ ਪਰਮੇਸ਼ਰ ਵਾਹਿਗੁਰੂ ਨੇ ਕਰੋੜਾਂ ਹੀ ਵਿਸ਼ਣ ਦੇ ਅਵਤਾਰ ਪੈਦਾ ਕੀਤੇ, ਕਰੋੜਾਂ ਹੀ ਜਿਹਨੇ ਜਿਹੜੇ ਉਹ ਮਹੇਸ਼ ਸ਼ਿਵ ਦੇ ਅਵਤਾਰ ਨੇ ਜਿਹੜੇ ਉਹ ਪੈਦਾ ਕੀਤੇ, ਤੇ ਕਰੋੜਾਂ ਹੀ ਜਿਹੜੇ ਬ੍ਰਹਮੇ ਨੇ ਉਹ ਜੱਗ ਨੂੰ ਸਾਜਣ ਵਾਸਤੇ ਲਾਏ ਨੇ। ਇੱਥੇ ਕਿਸੇ ਇੱਕ ਬ੍ਰਹਮੇ ਦੀ ਗੱਲ ਨਹੀਂ, ਇੱਥੇ ਉਸ ਪਰਮੇਸ਼ਰ ਵਾਹਿਗੁਰੂ ਨੇ ਬਥੇਰੇ ਉਪਾਏ ਤੇ ਮੇਟ ਦਿੱਤੇ ਨੇ। ਜਾਂ ਕਹਿ ਲਓ ਕਿਤਨੇ ਹੀ ਜਿਹੜੇ ਬ੍ਰਹਮੇ ਨੇ ਉਹ ਸੰਸਾਰ ਦੀਆਂ ਉਤਪੱਤੀਆਂ ਕਰਨ ਦੇ ਲਈ ਤਿਆਰ ਬੈਠੇ ਨੇ, ਜਾਂ ਕਿਤਨੇ ਹੀ ਨੇ ਜਿਹੜੇ ਸੰਸਾਰ ਦੀ ਉਤਪੱਤੀ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਸੰਸਾਰ ਤੋਂ ਕੂਚ ਕਰ ਗਏ ਨੇ। ਪਾਤਸ਼ਾਹ ਜੀ ਕਹਿੰਦੇ ਨੇ ਭਾਈ ਕੇਤੇ ਬ੍ਰਹਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ। ਕਿ ਪਰਮੇਸ਼ਰ ਵਾਹਿਗੁਰੂ ਜੀ ਨੇ ਇਹਨਾਂ ਨੂੰ ਇਤਨੀ ਕੁ ਕਲਾ ਬਖਸ਼ੀ ਹੈ ਨਾ ਕਿ ਇਹਨਾਂ ਦੇ ਵੀ ਜਿਹੜੇ ਰੂਪ ਨੇ ਆਕਾਰ ਨੇ ਉਹ ਵੀ ਕਿਤਨੇ ਨੇ, ਤੇ ਕਦੇ ਕਿਸ ਰੂਪ ਦੇ ਵਿੱਚ ਆਏ ਨੇ, ਕਦੇ ਕਿਸ ਪ੍ਰਕਾਰ ਇਹਨਾਂ ਨੇ ਸੰਸਾਰ ਦੇ ਵਿੱਚ ਅਵਤਾਰ ਲਿਆ, ਤੇ ਕਦੇ ਕਿਹੜਾ ਭੇਖ ਧਾਰਨ ਕੀਤਾ। ਮਹਾਰਾਜ ਕਹਿੰਦੇ ਭਾਈ ਉਹ ਵੀ ਕਥਨ ਨਹੀਂ ਕੀਤਾ ਜਾ ਸਕਦਾ। ਉਹ ਵੀ ਕਿਤਨੇ ਹੀ ਭੇਖ ਇਹਨਾਂ ਨੇ ਧਾਰੇ ਨੇ, ਇਹਨਾਂ ਨੇ ਕੋਈ ਇੱਕ ਭੇਖ ਨਹੀਂ ਰੱਖਿਆ। ਰੂਪ ਰੰਗ ਕੇ ਵੇਸ, ਜਾਂ ਇਹ ਕਹਿ ਲਓ ਕਿ ਪਰਮੇਸ਼ਰ ਵਾਹਿਗੁਰੂ ਨੇ ਸੰਸਾਰ ਦੇ ਵਿੱਚ ਐਸੇ ਵੀ ਜੀਵ ਪੈਦਾ ਕੀਤੇ ਨੇ ਕਿ ਜਿਨ੍ਹਾਂ ਦਾ ਕੋਈ ਰੂਪ ਨਹੀਂ ਹੈ, ਕੋਈ ਰੰਗ ਨਹੀਂ, ਕਿ ਇੱਕ ਰੰਗ ਦੇ ਹੀ ਸਾਰੇ ਪੈਦਾ ਕਰ ਦਿੱਤੇ ਹੋਣ। ਸੰਸਾਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੇ ਬੇਅੰਤ ਰੂਪਾਂ ਦੇ, ਬੇਅੰਤ ਰੰਗਾਂ ਦੇ ਔਰ ਬੇਅੰਤ ਵੇਸ ਭਾਵ ਕੇ ਭੇਖ ਦੇ ਵੀ ਜੀਵ ਸੰਸਾਰ ਦੇ ਵਿੱਚ ਪੈਦਾ ਕੀਤੇ ਨੇ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਜਿਹੜੀਆਂ ਪਰਮੇਸ਼ਰ ਵਾਹਿਗੁਰੂ ਨੇ ਨਾ ਭੂਮੀਆਂ ਪੈਦਾ ਕੀਤੀਆਂ ਨੇ, ਕਰਮ ਭੂਮੀਆਂ ਨੇ ਨਾ ਜਿਹੜੀਆਂ ਉਹ ਵੀ ਬੇਅੰਤ ਨੇ। ਕੇਤੀਆ ਕਰਮ ਭੂਮੀ ਮੇਰ ਕੀਤੇ। ਸੰਸਾਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੇ ਨਾ ਕਿਤਨੀਆਂ ਹੀ ਕਰਮ ਭੂਮੀਆਂ ਨੇ ਜਿਹੜੀਆਂ ਉਹ ਪੈਦਾ ਕੀਤੀਆਂ ਹੋਈਆਂ ਨੇ। ਕਰਮ ਭੂਮੀ ਦੇ ਵਿੱਚੋਂ ਇੱਕ ਭਾਰਤ ਖੰਡ ਦੀ ਜਿਹੜੀ ਭੂਮੀ ਹੈ ਨਾ ਉਹ ਵੀ ਗਿਣੀ ਜਾਂਦੀ ਹੈ। ਜਾਂ ਇਹ ਕਹਿ ਲਓ ਕਿ ਕਰਮ ਭੂਮੀ ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਨਾ ਉਹ ਕਰਮ ਭੂਮੀ ਦੇ ਵਿੱਚ ਰਹਿਣ ਵਾਲੇ, ਭਾਰਤ ਖੰਡ ਦੀ ਭੂਮੀ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ, ਇਨਸਾਨ ਨੇ, ਮਨੁੱਖ ਨੇ, ਉਹ ਵੀ ਬੜੇ ਨੇ। ਮੇਰ ਕੀਤੇ, ਮੇਰ ਨਾਮ ਹੈ ਜਿਹੜਾ ਨਾ ਉਹ ਸੁਮੇਰ ਪਰਬਤ ਦਾ ਹੈ। ਵੈਸੇ ਇੱਕ ਮੇਰੂ ਵੀ ਹੁੰਦਾ ਜਿਹੜਾ ਮਾਲਾ ਦਾ, ਜਿਹਨੂੰ ਸਿਰਮੌਰ ਮਣਕਾ ਕਿਹਾ ਜਾਂਦਾ ਮੇਰੂ। ਸੋ ਇੱਥੇ ਜਿਹੜਾ ਮੇਰ ਦਾ ਅਰਥ ਹੈ ਉਹ ਸੁਮੇਰ ਪਰਬਤ ਤੋਂ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਸ੍ਰਿਸ਼ਟੀ ਦਾ ਵਰਣਨ ਕਰ ਰਹੇ ਨੇ ਨਾ। ਮਹਾਰਾਜ ਜੀ ਸਿੱਧਾਂ ਨੂੰ ਕਹਿੰਦੇ ਨੇ ਭਾਈ ਕਿ ਇਸ ਸ੍ਰਿਸ਼ਟੀ ਦੇ ਵਿੱਚ ਨਾ ਪਰਮੇਸ਼ਰ ਵਾਹਿਗੁਰੂ ਨੇ ਪਤਾ ਨਹੀਂ ਕਿਤਨੇ ਕੁ ਪਰਬਤ ਪੈਦਾ ਕੀਤੇ ਹੋਏ ਨੇ, ਤੇ ਸੁਮੇਰ ਪਰਬਤ ਪਰ ਰਹਿਣ ਵਾਲੇ ਜੀਵ ਵੀ ਪਰਮੇਸ਼ਰ ਵਾਹਿਗੁਰੂ ਜੀ ਨੇ ਬੇਅੰਤ ਹੀ ਪੈਦਾ ਕੀਤੇ ਨੇ। ਕੇਤੇ ਧੂ ਉਪਦੇਸ, ਤੇ ਕਿਤਨੇ ਹੀ ਨੇ ਜਿਹੜੇ ਧਰੂ ਭਗਤ ਜੀ ਵਰਗੇ ਵੀ ਸੰਸਾਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ। ਤੇ ਗਾਹਾਂ ਜਿਵੇਂ ਧਰੂ ਭਗਤ ਜੀ ਨੂੰ ਨਾਰਦ ਮੁਨੀ ਜੀ ਨੇ ਉਪਦੇਸ਼ ਦਿੱਤਾ ਸੀ ਨਾ, ਤੇ ਉਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਪਦੇਸ਼ ਦੇਣ ਦੇ ਲਈ ਵੀ ਬੜੇ ਨਾਰਦ ਮੁਨੀ ਪੈਦਾ ਕੀਤੇ ਹੋਏ ਨੇ। ਕਿਉਂਕਿ ਸੰਸਾਰ ਦੇ ਵਿੱਚ ਭਗਤੀ ਕਰਨ ਵਾਲੇ ਵੀ ਬੜੇ ਨੇ, ਭਗਤੀ ਕਰਨ ਵਾਲਿਆਂ ਦਾ ਸਾਥ ਦੇਣ ਵਾਲੇ ਵੀ ਬੜੇ ਨੇ, ਤੇ ਹਰਨਾਕਸ਼ ਬਿਰਤੀ ਦੇ ਵੀ ਜਿਹੜੇ ਬੰਦੇ ਨੇ ਭਗਤੀ ਨਾ ਕਰਨ ਦੇਣ ਦੇ ਲਈ ਤਿਆਰ ਰਹਿੰਦੇ ਨੇ, ਜਿਹੜੇ ਕਹਿੰਦੇ ਨੇ ਕਿ ਭਗਤੀ ਨਹੀਂ ਕਰਨੀ ਚਾਹੀਦੀ। ਭਗਤੀ ਕਰਨ ਦੇ ਨਾਲ ਕੀ ਹੁੰਦਾ ਹੈ, ਜਿਹੜੇ ਇਹੀ ਗੱਲ ਕਹਿੰਦੇ ਨੇ ਕਿ ਬੰਦੇ ਦੇ ਅੰਦਰ ਰੱਬ ਵਸਦਾ ਹੈ, ਕੇਵਲ ਤੇ ਕੇਵਲ ਇਨਸਾਨ ਹੀ ਰੱਬ ਹੈ। ਜਿਹੜੇ ਇਸ ਗੱਲ ਦੇ ਉੱਤੇ ਕੇਵਲ ਇਸੇ ਗੱਲ ਦਾ ਰਟਨ ਲਾਈ ਬੈਠੇ ਨੇ, ਇਹ ਵੀ ਬੜੇ ਨੇ। ਪਰ ਕਹਿੰਦੇ ਹੁੰਦੇ ਨੇ ਵੀ ਜੇਕਰ ਕੋਈ ਮਨੁੱਖ ਆਕਾਸ਼ ਵੱਲ ਮੂੰਹ ਕਰਕੇ ਉੱਪਰ ਨੂੰ ਥੁੱਕਦਾ ਤਾਂ ਉਹ ਜਿਹੜਾ ਥੁੱਕ ਹੈ ਉਹ ਆਕਾਸ਼ ਦੇ ਉੱਤੇ ਨਹੀਂ ਜਾਂਦਾ, ਥੁੱਕਣ ਵਾਲੇ ਦੇ ਮੂੰਹ ਦੇ ਉੱਤੇ ਹੀ ਪੈ ਜਾਂਦਾ। ਕਿਉਂਕਿ ਜੇ ਕੋਈ ਪਰਮੇਸ਼ਰ ਵਾਹਿਗੁਰੂ ਦੀ ਹੋਂਦ ਨੂੰ ਮੰਨਦਾ ਹੈ ਤਾਂ ਵੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜਿਹੜਾ ਜੀਵ ਉਹਦੀ ਹੋਂਦ ਮੰਨਦਾ ਉਹ ਆਪ ਸੁਖੀ ਰਹਿੰਦਾ, ਆਪ ਖੁਸ਼ ਰਹਿੰਦਾ ਹੈ। ਤੇ ਜਿਹੜਾ ਹੋਂਦ ਨਹੀਂ ਮੰਨਦਾ ਤਾਂ ਵੀ ਉਸ ਪਰਮੇਸ਼ਰ ਵਾਹਿਗੁਰੂ ਦੀ ਹਸਤੀ ਤੇ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਉਸਤਤ ਨਿੰਦਾ ਦਊ ਤੇ ਆਗੈ, ਕਿ ਉਸ ਪਰਮੇਸ਼ਰ ਵਾਹਿਗੁਰੂ ਨੂੰ ਨਾ ਤਾਂ ਉਸਤਤੀ ਚੰਗੀ ਲੱਗਦੀ ਹੈ ਤੇ ਨਾ ਹੀ ਨਿੰਦਿਆ। ਜੇ ਕੋਈ ਨਿੰਦਿਆ ਕਰਦਾ ਉਹ ਕਰੀ ਜਾਵੇ,
ਉਹ ਉਹਦੀ ਆਪਣੀ ਬੁੱਧ ਹੈ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਨਾ ਕਿ ਆਪ ਆਪਣੀ ਬੁੱਧ ਹੈ ਜੀਤੀ, ਬਾਰਨਤ ਭਿੰਨ ਭਿੰਨ ਤੋਹੇ ਤੇਤੀ। ਜਿਹਦੀ ਜਿਤਨੀ ਜਿਤਨੀ ਬੁੱਧੀ ਆ ਆਪੋ ਆਪਣੀ ਬੁੱਧੀ ਦਾ ਉਪਯੋਗ ਕਰਦੇ ਨੇ, ਪਰ ਅਸਲ ਦੇ ਵਿੱਚ ਜਿਹੜੀ ਵਿਵੇਕ ਬੁੱਧ ਹੁੰਦੀ ਹੈ ਨਾ, ਵਿਵੇਕ ਬੁੱਧ ਹੈ ਜਿਹੜੀ ਉਹ ਬਹੁਤ ਹੀ ਉਜਵਲ ਬੁੱਧ ਹੈ। ਵਿਵੇਕ ਬੁੱਧੀ ਦੇ ਨਾਲ ਹਰੇਕ ਚੀਜ਼ ਦੇ ਵਿੱਚ ਗਿਆਨ ਪ੍ਰਾਪਤ ਕੀਤਾ ਜਾ ਸਕਦਾ। ਵਿਵੇਕ ਬੁੱਧੀ ਦੇ ਨਾਲ ਜਿਹੜਾ ਲਿਆ ਹੋਇਆ ਫੈਸਲਾ ਉਹ ਕਦੇ ਗਲਤ ਨਹੀਂ ਹੁੰਦਾ। ਸੋ ਵਿਵੇਕ ਬੁੱਧੀ ਹੈ ਜਿਹੜੀ ਇਹ ਗੁਰੂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦੀ ਹੈ। ਇਸ ਲਈ ਮਹਾਰਾਜ ਜੀ ਨੇ ਕਿਹਾ ਨਾ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦਾ। ਤੇ ਹੁਣ ਪ੍ਰਾਪਤ ਕਰਨ ਨੂੰ ਤਾਂ ਵਿਅਕਤੀ ਸਿੱਧਾ ਵੀ ਪ੍ਰਾਪਤ ਕਰ ਸਕਦਾ ਸੀ ਨਾ, ਪਰ ਕਿਤੇ ਨਾ ਕਿਤੇ ਜਾ ਕਰਕੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਨਾ, ਜਾਂ ਹੋਰ ਜਿਹੜੀਆਂ ਰੁਕਾਵਟਾਂ ਪੈਦਾ ਹੁੰਦੀਆਂ ਨੇ ਸੰਸਾਰ ਦੇ ਵਿੱਚ, ਉਹ ਕੇਵਲ ਤੇ ਕੇਵਲ ਗੁਰੂ ਹੀ ਦੂਰ ਕਰ ਸਕਦਾ ਹੈ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ ਨਾ ਕਿ ਕੁੱਬੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਬਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਇੱਥੇ ਭਗਤੀ ਕਰਨ ਵਾਲੇ ਧਰੂ ਭਗਤ ਵਰਗੇ ਵੀ ਬੜੇ ਨੇ, ਉਪਦੇਸ਼ ਦੇਣ ਵਾਲੇ ਵੀ ਬੜੇ ਨੇ, ਤੇ ਉਹਨਾਂ ਦੀ ਨਿੰਦਿਆ ਕਰਨ ਵਾਲੇ ਰੋਕਣ ਵਾਲੇ ਨੇ ਜਿਹੜੇ, ਉਹ ਵੀ ਬੜੇ ਨੇ। ਹੁਣ ਇੱਕ ਉਪਦੇਸ਼ ਹੈ ਨਾ ਜਿਹੜਾ, ਉਹ ਉੱਪਰਲੇ ਦੇਸ਼ ਨੂੰ ਵੀ ਕਿਹਾ ਜਾਂਦਾ ਹੈ ਕਿ ਉੱਪਰ ਆਕਾਸ਼ ਦੇ ਵਿੱਚ ਵੀ ਕਿਤਨੇ ਹੀ ਦੇਸ਼ ਨੇ, ਜਾਂ ਕਹਿ ਲਈਏ ਕਿਤਨੇ ਹੀ ਆਕਾਸ਼ ਨੇ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਕੇਤੇ ਇੰਦ ਚੰਦ ਸੂਰ ਕੇਤੇ। ਮਹਾਰਾਜ ਕਹਿੰਦੇ ਨੇ ਭਾਈ ਕਿਤਨੇ ਹੀ ਇੰਦਰ ਵਰਗੇ ਦੇਵਤੇ ਨੇ, ਕਿਤਨੇ ਹੀ ਚੰਦਰਮਾ ਸੂਰਜ ਵਰਗੇ ਜਿਨ੍ਹਾਂ ਨੂੰ ਹਿੰਦੂ ਮਤ ਦੇ ਵਿੱਚ ਦੇਵਤੇ ਮੰਨਿਆ ਜਾਂਦਾ ਹੈ, ਜਾਂ ਕਹਿ ਲਈਏ ਕਿਤਨੇ ਹੀ ਚੰਦਰਮਾ ਤੇ ਕਿਤਨੇ ਹੀ ਸੂਰਜ ਨੇ। ਕੇਤੇ ਮੰਡਲ ਦੇਸ। ਮਹਾਰਾਜ ਕਹਿੰਦੇ ਨੇ ਭਾਈ ਕਿਤਨੇ ਹੀ ਨੇ ਜਿਹੜੇ ਉਹ ਮੰਡਲ ਹਨ, ਕਿਤਨੇ ਹੀ ਦੇਸ਼ ਨੇ। ਮੰਡਲ ਹੈ ਨਾ ਜਿਹੜਾ, ਉਹ 400 ਕੋਹ ਦਾ ਹੁੰਦਾ ਹੈ, ਤੇ ਜਿਹੜੇ ਦੇਸ਼ ਨੇ ਨਾ ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਹਿਣ ਨੂੰ ਭਾਵੇਂ ਕੋਈ ਕਹੀ ਜਾਵੇ ਕਿ ਸੰਸਾਰ ਦੇ ਵਿੱਚ 295 ਦੇਸ਼ ਨੇ, 295 ਕਹਿ ਲਏ, ਕੋਈ 300 ਕਹਿ ਲਏ, ਜਿਤਨੇ ਮਰਜ਼ੀ ਕਹੀ ਜਾਵੇ, ਪਰ ਕਿਤੇ ਨਾ ਕਿਤੇ ਜਾ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੁੰਦਾ ਸੀ ਕਿ ਮਾਝਾ ਦੇਸ਼, ਬੋਲੀ ਦੇ ਆਧਾਰ ਤੇ ਮਾਲਵਾ ਦੇਸ਼, ਦੁਆਬਾ ਦੇਸ਼। ਸੋ ਇਸ ਪ੍ਰਕਾਰ ਵੀ ਜਿਹੜੀ ਵੰਡ ਸੀਗੀ, ਤੇ ਮਹਾਰਾਜ ਕਹਿੰਦੇ ਭਾਈ ਇਹ ਵੀ ਕਿਤਨੇ ਹੀ ਨੇ। ਕੇਤੇ ਸਿੱਧ ਬੁੱਧਨਾਥ ਕੇਤੇ, ਕੇਤੇ ਦੇਵੀ ਵੇਸ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕੇਤੇ ਸਿੱਧ। ਮਹਾਰਾਜ ਸਿੱਧਾਂ ਨੂੰ ਕਹਿੰਦੇ ਨੇ ਭਾਈ ਸਿੱਧੋ ਤੁਹਾਡੇ ਵਰਗੇ ਵੀ ਕਿਤਨੇ ਨੇ, ਤੁਸੀਂ ਵੀ ਕਿਤਨੇ ਹੀ ਹੋਏ ਹੋ। ਸਿੱਧਾਂ ਦੇ ਵਿੱਚ ਵੀ ਬੜੇ ਸਿੱਧ ਹੋਏ ਨੇ ਜਿਹੜੇ ਸੰਸਾਰ ਦੇ ਵਿੱਚ ਆਏ ਚਲੇ ਗਏ। ਬੁੱਧ ਨਾਮ ਹੈ ਨਾ ਜਿਹੜਾ, ਉਹ ਬੁੱਧ ਵਰਗੇ ਮਹਾਰਾਜ ਜੀ ਕਹਿੰਦੇ ਭਾਈ ਗ੍ਰਹਿ ਵੀ ਕਿਤਨੇ ਹੋਏ ਨੇ। ਬੁੱਧ ਨਾਮ ਹੈ ਜਿਹੜਾ, ਉਹ ਬੁੱਧੀਵਾਨ ਵੀ ਕਿਤਨੇ ਹੋਏ ਨੇ। ਬੁੱਧ ਨਾਮ ਹੈ ਜਿਹੜਾ, ਬੁੱਧ ਅਵਤਾਰ ਵਰਗੇ ਵੀ ਮਹਾਰਾਜ ਜੀ ਕਹਿੰਦੇ ਕਿਤਨੇ ਹੋਏ ਨੇ। ਨਾਥ ਹਨ ਜਿਹੜੇ, ਮਹਾਰਾਜ ਕਹਿੰਦੇ ਭਾਈ ਨਾਥ ਵੀ ਕਿਤਨੇ ਹੋਏ ਨੇ। 9 ਨਾਥ ਮੰਨੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਪਹਿਲਾ ਨਾਥ ਉਹ ਗੋਰਖਨਾਥ ਜੀ ਨੂੰ ਮੰਨਿਆ ਜਾਂਦਾ ਹੈ, ਤੇ ਉਹਨਾਂ ਦੇ ਗੁਰੂ ਨੇ ਜਿਹੜੇ ਮਛੰਦਰਨਾਥ, ਚਰਪਟਨਾਥ, ਮੰਗਲਨਾਥ, ਇਸ ਪ੍ਰਕਾਰ ਨੇ ਜਿਹੜੇ 9 ਨਾਥ ਗਿਣੇ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਨੇ ਕੇਤੇ ਦੇਵੀ ਵੇਸ। ਮਹਾਰਾਜ ਸਤਿਗੁਰੂ ਜੀ ਕਹਿੰਦੇ ਭਾਈ ਕਿਤਨੀਆਂ ਹੀ ਦੇਵੀਆਂ ਨੇ, ਤੇ ਸਨਾਤਨ ਮਤ ਦੇ ਮੁਤਾਬਕ ਨਾ 96 ਕਰੋੜ ਦੇਵੀਆਂ ਮੰਨੀਆਂ ਨੇ। ਸੋ ਉਹ ਉਹਨਾਂ ਦੀ ਆਪਣੀ ਮੱਤ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕੇਤੇ ਦੇਵੀ ਵੇਸ, ਕਿਤਨੀਆਂ ਹੀ ਦੇਵੀਆਂ ਨੇ। ਤੇ ਵੇਸ ਨਾਮ ਜਿਹੜਾ ਨਾਮ ਉਹਨਾਂ ਦੇ ਪਹਿਰਾਵੇ ਦਾ ਹੈ, ਵੇਸ ਨਾਮ ਹੈ ਨਾ ਜਿਹੜਾ ਉਹਨਾਂ ਦੇ ਸਰੂਪ ਦਾ ਹੈ। ਮਹਾਰਾਜ ਕਹਿੰਦੇ ਭਾਈ ਕਿਤਨੇ ਹੀ ਉਹਨਾਂ ਦੇ ਭੇਖ ਨੇ, ਉਹਨਾਂ ਦੇ ਵੇਸ ਨੇ, ਤੇ ਸੁੰਦਰ ਸਰੂਪ ਵਾਲੀਆਂ ਨੇ। ਕੇਤੇ ਦੇਵੀ ਵੇਸ। ਹੁਣ ਜਿਹੜੀਆਂ ਦੇਵੀਆਂ ਹੁੰਦੀਆਂ ਨੇ ਨਾ, ਉਹ ਸੁੰਦਰ ਹੀ ਹੁੰਦੀਆਂ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਇਸ ਪਰਮੇਸ਼ਰ ਵਾਹਿਗੁਰੂ ਨੇ ਸੰਸਾਰ ਦੇ ਵਿੱਚ ਐਸੀ ਜਿਹੜੀ ਵਿਲੱਖਣ ਹੈ ਨਾ, ਉਹ ਮਿਸਾਲ ਹੈ ਜਿਹੜੀ ਉਹ ਪੈਦਾ ਕੀਤੀ ਹੋਈ ਹੈ। ਕਿਉਂਕਿ ਜੀਵ ਹੈ ਜਿਹੜਾ, ਉਹ ਭਾਵੇਂ ਭਰਮ ਜਾਵੇ, ਉਹ ਜ਼ਰੂਰ ਕਹਿੰਦਾ ਹੈ ਕਿ ਮੈਂ ਇੱਕ ਸ਼ਿਵ ਨੂੰ ਮੰਨਦਾ, ਮੈਂ ਬ੍ਰਹਮਾ ਨੂੰ ਮੰਨਦਾ, ਪਰ ਸਤਿਗੁਰੂ ਮਹਾਰਾਜ ਜੀ
ਇਸ ਗੱਲ ਦਾ ਨਿਰਣੈ ਕਰਕੇ ਦੱਸਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਨੇ ਸਮੇਂ-ਸਮੇਂ ਦੇ ਉੱਤੇ ਅਵਤਾਰ ਪੈਦਾ ਕੀਤੇ ਨੇ। ਮੂਲ ਕੋਈ ਹੋਰ ਹੈ, ਸੰਸਾਰ ਦੇ ਵਿੱਚ ਭੇਜਣ ਵਾਲੀ ਸ਼ਕਤੀ ਕੋਈ ਹੋਰ ਹੈ, ਮੂਲ ਉਹ ਨਹੀਂ ਹੈ ਜਿਹਨਾਂ ਨੂੰ ਅਸੀਂ ਮੂਲ ਸਮਝਦੇ ਹਾਂ। ਮੂਲ ਪਰਮੇਸ਼ਰ ਵਾਹਿਗੁਰੂ ਆਪ ਹੈ। ਜਿਸ ਤਰ੍ਹਾਂ ਗਰੀਬ ਨਵਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਿੱਤਰ ਨਾਟਕ ਦੇ ਵਿੱਚ ਕਹਿੰਦੇ ਨੇ ਸਤਿਗੁਰੂ ਜੀ ਕਿ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੀਤੇ ਰਾਵਸਸ ਕਰੋੜ ਜਲੇਸ਼। ਸੋ ਕਹਿਣ ਦਾ ਭਾਵ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਨੂੰ ਸਦਾ ਬੇਅੰਤ ਕਰਕੇ ਜਾਣਨਾ ਚਾਹੀਦਾ ਹੈ। ਕਿਸੇ ਵੀ ਪ੍ਰਕਾਰ ਜਾਂ ਕਿਸੇ ਵੀ ਤਰ੍ਹਾਂ ਕਰਕੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਮੂਲ ਨਹੀਂ ਸਮਝਣਾ ਚਾਹੀਦਾ। ਜਿਵੇਂ ਇੱਕ ਮੂਰਤੀ ਹੈ, ਮੂਰਤੀ ਨੂੰ ਬਣਾਉਣ ਵਾਲਾ ਮੂਰਤੀਕਾਰ ਹੈ, ਤੇ ਜੇ ਅਸੀਂ ਮੂਰਤੀ ਦੇ ਨਾਲ ਜੁੜਾਂਗੇ ਤਾਂ ਉਹਦੇ ਵਿੱਚ ਸਾਡੀ ਅਗਿਆਨਤਾ ਹੈ, ਤੇ ਜੇ ਅਸੀਂ ਮੂਰਤੀਕਾਰ ਨਾਲ ਜੁੜਾਂਗੇ ਉਹਦੇ ਵਿੱਚ ਸਾਡੀ ਸਮਝਦਾਰੀ ਹੈ, ਸਾਡੀ ਵਿਵੇਕ ਬੁੱਧੀ ਹੈ। ਕਿਉਂਕਿ ਜਿਹੜਾ ਮੂਰਤੀਕਾਰ ਹੈ ਨਾ ਉਹ ਮੂਰਤੀ ਬਣਾ ਸਕਦਾ ਹੈ ਤੇ ਮੂਰਤੀ ਮੂਰਤੀਕਾਰ ਨੂੰ ਨਹੀਂ ਬਣਾ ਸਕਦੀ। ਜਿਵੇਂ ਇੱਕ ਮਾਂ ਇੱਕ ਸੰਤਾਨ ਨੂੰ, ਇੱਕ ਬੱਚੇ ਨੂੰ, ਧੀ ਪੁੱਤਰ ਨੂੰ ਜਨਮ ਦੇ ਸਕਦੀ ਹੈ, ਉਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਹੈ ਨਾ ਜਿਹੜਾ ਉਹ ਬੜੇ ਸੰਸਾਰ ਦੇ ਵਿੱਚ ਅਵਤਾਰ ਭਗਤ ਸੂਰਬੀਰ ਯੋਧੇ ਉਹ ਪੈਦਾ ਕਰਦਾ ਹੈ। ਤੇ ਜੇ ਉਹ ਪਰਮੇਸ਼ਰ ਵਾਹਿਗੁਰੂ ਹੀ ਨਾ ਹੁੰਦਾ ਤਾਂ ਫਿਰ ਸੰਸਾਰ ਦੀ ਉਤਪਤੀ ਕਿਵੇਂ ਹੁੰਦੀ। ਸੋ ਰਹੋ ਵਿਚਾਰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਕੇਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼। ਕਿ ਜਿਹੜੀਆਂ ਦੇਵੀਆਂ ਨੇ ਇਹਨਾਂ ਦੇ ਵੇਸ਼ ਭੇਖ ਵੀ ਬੜੇ ਹੀ ਪ੍ਰਕਾਰ ਦੇ ਨੇ। ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਦੇਵ ਨਾਮ ਦੇਵਤੇ ਦਾ ਕਿਤਨੇ ਹੀ ਦੇਵਤੇ ਨੇ, ਦਾਨਵ ਨੇ ਜਿਹੜੇ ਭਾਵ ਕੇ ਰਾਖਸ਼ ਵੀ ਮਹਾਰਾਜ ਜੀ ਕਹਿੰਦੇ ਕਿਤਨੇ ਨੇ। ਮੁਨ ਕੀਤੇ, ਮੁਨ ਨਾਮ ਹੈ ਜਿਹੜਾ ਉਹ ਮੁਨੀ ਨੇ। ਮਹਾਰਾਜ ਕਹਿੰਦੇ ਭਾਈ ਜਿਹੜੇ 9 ਮੁਨੀ ਨੇ ਨਾ ਉਹ ਵੀ ਨੇ। ਮੁਨੀਆਂ ਦੀ ਵੀ ਸਤਿਗੁਰੂ ਵੈਸੇ ਤਾਂ 9 ਮੁਨੀ ਨੇ ਜਿਹੜੇ ਉਹ ਪ੍ਰਚਲਿਤ ਨੇ, 9 ਮੁਨੀ ਮੰਨੇ ਜਾਂਦੇ ਨੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕੀਤੇ ਦੇਵ ਦਾਨਵ ਮੁਨ ਕੀਤੇ। ਮੁਨੀ ਵੀ ਮਹਾਰਾਜ ਕਹਿੰਦੇ ਭਾਈ ਕਿਤਨੇ ਹੀ ਹੋਏ ਨੇ। ਜੇ ਕੋਈ 9 ਮੰਨਦਾ ਉਹ 9 ਮੰਨੀ ਜਾਵੇ, ਉਹਦੇ ਨਾਲ ਸਾਨੂੰ ਕੋਈ ਦਿੱਕਤ ਨਹੀਂ, ਪਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕਿਤਨੇ ਹੋਏ ਨੇ, ਉਹਨਾਂ ਦੀ ਗਿਣਤੀ ਕਰਨੀ ਅਸੰਭਵ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਕੀਤੇ ਰਤਨ ਸਮੁੰਦ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਰਤਨਾਂ ਦੇ ਵੀ ਸਮੁੰਦਰ ਕਿਤਨੇ ਹੋਏ ਨੇ। ਜਿਹੜੇ ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਨੇ ਨਾ, ਉਹ ਜਿਵੇਂ ਸ਼੍ਰੀ ਮਾਨ ਰੰਭਾ ਵਾਰਣੀ ਅਮੀ ਸੰਖ ਗਜਰਾਜ ਇਸ ਪ੍ਰਕਾਰ ਨੇ ਜਿਹੜੇ ਇਹ 14 ਰਤਨ ਨੇ। ਤੇ 14 ਰਤਨ ਨੇ ਜਿਹੜੇ ਉਹ ਅੰਤਰੀਵ ਰਤਨ ਵੀ ਨੇ। ਜਿਵੇਂ ਭਗਤੀ ਆਤਮ ਵਿਚਾਰ ਕੀਰਤੀ ਹਨਾ ਪ੍ਰੇਮ ਨਾਮ ਦਾ ਜਾਪ ਰਾਗ ਦਾ ਅਲਾਪ, ਜਿਸ ਪ੍ਰਕਾਰ ਸੰਤਾਂ ਦੀ ਨਿੰਦਾ ਸ਼ਾਂਤੀ ਦਾਨ ਸਤਸੰਗ ਸੱਚ ਬੋਲਣਾ ਸਤਿਗੁਰ ਦੇਵ ਜੀ ਜਾ 14ਵਾਂ ਰਤਨ ਹੈ ਜਿਹੜਾ ਉਹ ਗਿਆਨ ਹੈ। ਸੋ ਇਸ ਪ੍ਰਕਾਰ ਇਹ ਜਿਹੜੇ ਅੰਤਰੀਵ ਰਤਨ ਵੀ ਨੇ। ਬਾਹਰੀ ਰਤਨ ਨੇ ਜਿਹੜੇ ਲక్ష్ਮੀ ਨੇ ਜਾਂ ਇਸ ਪ੍ਰਕਾਰ ਜਿਨ੍ਹਾਂ ਨੂੰ ਆਪਾਂ ਪਹਿਲਾਂ ਵਿਖਿਆਨ ਕੀਤਾ ਹੈ ਸ਼੍ਰੀ ਮਾਨ ਰੰਭਾ ਵਾਰਣੀ ਅਮੀ। ਇਸ ਪ੍ਰਕਾਰ ਇਹ 14 ਰਤਨ ਨੇ ਜਿਹੜੇ ਬਾਹਰੀ ਰਤਨ ਜਿਨ੍ਹਾਂ ਨੂੰ ਸਮੁੰਦਰ ਦੇ ਵਿੱਚੋਂ ਨਿਕਲੇ ਗਿਣਿਆ ਜਾਂਦਾ। ਪਰ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਦ ਰੂਪ ਸਮੁੰਦਰ ਦੇ ਵਿੱਚੋਂ ਮਹਾਰਾਜ ਜੀ ਨੇ ਜਦੋਂ ਸਮੁੰਦਰ ਨੂੰ ਰਿੜਕਿਆ ਨਾ, ਵੇਦ ਰੂਪ ਸਮੁੰਦਰਾਂ ਨੂੰ ਰਿੜਕਿਆ ਮਹਾਰਾਜ ਜੀ ਨੇ, ਉਦਾਂ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਨੇ ਕਿਹੜਾ ਰਤਨ ਕੱਢਿਆ? ਪਹਿਲਾਂ ਭਗਤੀ ਕੱਢੀ ਮਹਾਰਾਜ ਜੀ ਨੇ, ਫਿਰ ਆਤਮ ਵਿਚਾਰ ਕੱਢੇ, ਫਿਰ ਪ੍ਰੇਮ, ਫਿਰ ਨਾਮ ਦਾ ਜਾਪ, ਫਿਰ ਅਭਿਆਸ ਮਹਾਰਾਜ ਜੀ ਨੇ ਜਿਹੜਾ ਰਤਨ ਕੱਢਿਆ, ਫਿਰ ਮਹਾਰਾਜ ਜੀ ਨੇ ਸ਼ਾਂਤੀ ਦਾ ਰਤਨ ਕੱਢਿਆ, ਸੱਚ ਬੋਲਣ ਦਾ ਰਤਨ ਕੱਢਿਆ, ਫਿਰ 14ਵਾਂ ਰਤਨ ਗਿਆਨ ਕੱਢਿਆ। ਸੋ ਇਹਨਾਂ ਦੀ ਮਹਾਰਾਜ ਕਹਿੰਦੇ ਨੇ ਭਾਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ। ਸਤਿਗੁਰੂ ਮਹਾਰਾਜ ਜੀ ਗਰੀਬ ਨਵਾਜ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਭਾਈ ਕਿੰਨੀਆਂ ਹੀ ਖਾਣੀਆਂ ਨੇ, ਉਹਨਾਂ ਖਾਣੀਆਂ ਦੀ ਵੀ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਅੰਡੇ ਜੀਰੇ ਸੇਤ ਜੁਤ ਭੁਜ ਹਨਾ, ਇਹ ਸਾਰੀਆਂ ਖਾਣੀਆਂ ਹੀ ਨੇ। ਤੇ ਮਹਾਰਾਜ ਕਹਿੰਦੇ ਕੀਤੀਆ ਬਾਣੀ 4 ਪ੍ਰਕਾਰ ਦੀਆਂ ਨੇ ਜਿਹੜੀਆਂ ਉਹ ਬਾਣੀਆਂ ਮੰਨੀਆਂ ਜਾਂਦੀਆਂ ਨੇ। ਸਰੀਰ ਦੀਆਂ ਬਾਣੀਆਂ 4 ਪ੍ਰਕਾਰ ਦੀਆਂ ਨੇ, ਜਿਵੇਂ ਪਰਾ ਬਸੰਤੀ ਮੱਧਮਾ ਬੈਖਰੀ, ਇਹ ਨੇ ਜਿਹੜੀਆਂ ਉਹ ਸਰੀਰ ਦੀਆਂ ਬਾਣੀਆਂ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਕਿਤਨੀਆਂ ਹੀ ਖਾਣੀਆਂ ਨੇ
ਤੇ ਕਿਤਨੀਆਂ ਹੀ ਨੇ ਜਿਹੜੀਆਂ ਉਹ ਬਾਣੀਆਂ ਨੇ। ਪਰ ਜਿਹੜੀ ਪਰਾ ਬਾਣੀ ਹੈ ਨਾ, ਇਹਦਾ ਨਿਵਾਸ ਨਾਭੀ ਦੇ ਵਿੱਚ ਹੁੰਦਾ। ਜਿਹੜੀ ਬਸੰਤੀ ਬਾਣੀ ਹੈ ਇਹਦਾ ਨਿਵਾਸ ਹਿਰਦੇ ਦੇ ਵਿੱਚ ਹੁੰਦਾ। ਜਿਹੜੀ ਮੱਧਮਾ ਇਹ ਕੰਠ ਦੇ ਵਿੱਚ, ਜਿਹੜੀ ਬੈਖਰੀ ਹੈ ਉਹ ਜੀਭਾ ਦੇ ਵਿੱਚ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇਹ ਵੀ ਬੇਅੰਤ ਹੀ ਨੇ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਸਤਿਗੁਰੂ ਮਹਾਰਾਜ ਜੀ ਜਿਵੇਂ ਪਿਛਲੀ ਤੁਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ, ਕੇਤੀਆ ਖਾਣੀ ਕੇਤੀਆ ਬਾਣੀ, ਕਿ ਕਿਤਨੀਆਂ ਹੀ ਖਾਣੀਆਂ ਨੇ ਕਿਤਨੀਆਂ ਹੀ ਬਾਣੀਆਂ ਨੇ। ਕੇਤੇ ਪਾਤ ਨਰਿੰਦ, ਮਹਾਰਾਜ ਕਹਿੰਦੇ ਸੀ ਭਾਈ ਕਿਤਨੇ ਹੀ ਨੇ ਜਿਹੜੇ ਉਹ ਰਾਜੇ ਨੇ। ਨਰਿੰਦ ਨਾਮ ਹੈ ਨਾ ਜਿਹੜਾ ਉਹ ਰਾਜਿਆਂ ਦਾ, ਪਾਤ ਨਾਮ ਹੈ ਜਿਹੜਾ ਉਹ ਪੰਗਤੀਆਂ ਦਾ, ਪਾਤ ਨਾਮ ਪਿਆਦੇ ਦਾ ਵੀ ਹੈ। ਮਹਾਰਾਜ ਕਹਿੰਦੇ ਭਾਈ ਕਿਤਨੇ ਹੀ ਰਾਜੇ ਨੇ ਤੇ ਗਾਹਾਂ ਕਿਤਨੇ ਹੀ ਉਹਨਾਂ ਦੇ ਚੇਲੇ ਪਿਆਦੇ ਵੀ ਨੇ। ਹੁਣ ਸਤਿਗੁਰੂ ਮਹਾਰਾਜ ਜੀ ਇੱਥੇ ਆਪਣਾ ਅਖੀਰ ਦੇ ਵਿੱਚ ਮਹਾਰਾਜ ਜੀ ਫੈਸਲਾ ਸੁਣਾਉਂਦੇ ਨੇ। ਸਤਿਗੁਰੂ ਮਹਾਰਾਜ ਇਸ 35ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹੋਏ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ ਭਾਈ ਕੇਤੀਆ ਸੁਰਤੀ ਸੇਵਕ ਕੇਤੇ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਭਾਈ ਕਿਤਨੀਆਂ ਹੀ ਵੇਦਾਂ ਦੀਆਂ ਸੁਰਤੀਆਂ ਨੇ, ਕਿਤਨੇ ਹੀ ਨੇ ਜਿਹੜੇ ਉਹ ਵੇਦਾਂ ਨੂੰ ਕਥਨ ਕਰਨ ਵਾਲੇ ਨੇ, ਜਿਹੜੇ ਸੇਵਕ ਨੇ, ਜਾਂ ਕਹਿ ਲਈਏ ਜਿਹੜੇ ਵੇਦਾਂ ਨੂੰ ਕਥਨ ਕਰਦੇ ਨੇ ਉਹਨਾਂ ਦੇ ਗਾਹਾਂ ਸੇਵਕ ਨੇ। ਕੇਤੀਆ ਸੁਰਤੀ ਸੇਵਕ ਕੇਤੇ। ਮਹਾਰਾਜ ਕਹਿੰਦੇ ਨੇ ਭਾਈ ਕਿੰਨੀਆਂ ਸੁਰਤੀਆਂ ਨੇ, ਕਿੰਨੇ ਸੇਵਕ ਨੇ, ਨਾਨਕ ਅੰਤ ਨਾ ਅੰਤ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ ਕਿ ਭਾਈ ਸਿਰਫ ਇੱਕ ਗੱਲ ਹੀ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਅਸੀਂ ਸ੍ਰਿਸ਼ਟੀ ਦਾ ਅੰਤ ਲੈਣਾ ਚਾਹੀਏ ਨਾ ਤਾਂ ਸ੍ਰਿਸ਼ਟੀ ਦਾ ਅੰਤ ਨਹੀਂ ਆਉਂਦਾ, ਸ੍ਰਿਸ਼ਟੀ ਦਾ ਅੰਤ ਨਹੀਂ ਆ ਸਕਦਾ। ਤੇ ਹੁਣ ਮਹਾਰਾਜ ਜੀ ਦੀ ਇਹ ਸਾਰੀ ਵਿਚਾਰ ਸੁਣ ਕਰਕੇ ਇੱਕ ਜਿਹੜਾ ਸਿੱਧ ਹੈ ਨਾ ਉਹ ਮਹਾਰਾਜ ਜੀ ਨੂੰ ਕਹਿੰਦਾ ਕਿ ਮਹਾਰਾਜ ਜੀ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਕਰਮਕਾਂਡੀ ਹੋਰ ਕਰਮ ਕਰਦੇ ਨੇ ਨਾ, ਜਾਂ ਉਹਨਾਂ ਦਾ ਜਿਹੜਾ ਧਰਮ ਹੈ ਨਾ ਉਹਨਾਂ ਦੇ ਬਾਰੇ ਦੱਸੋ। ਤੇ ਮਹਾਰਾਜ ਤੁਸੀਂ ਸਾਨੂੰ ਸਾਰਾ ਸੰਸਾਰ ਹੀ ਗਿਣਾ ਦਿੱਤਾ ਹੈ। ਤੇ ਗੁਰੂ ਜੀ ਨੇ ਕਿਹਾ, ਸਤਿਗੁਰੂ ਮਹਾਰਾਜ ਜੀ ਨੇ ਉਦੋਂ ਜਵਾਬ ਦਿੱਤਾ ਕਿ ਅਸੀਂ ਤੁਹਾਨੂੰ ਸੰਸਾਰ ਦੇ ਬਾਰੇ ਜਿਹੜਾ ਕੁਝ ਦੱਸਿਆ ਨਾ ਇਹ ਐਵੇਂ ਨਹੀਂ ਦੱਸਿਆ, ਇਹ ਗਿਆਨਵਾਨਾਂ ਦੀ ਨਿਗਾਹ ਦੇ ਨਾਲ ਦੇਖਿਆ ਨਾ। ਅਸੀਂ ਗਿਆਨਵਾਨ ਜਿਸ ਦ੍ਰਿਸ਼ਟੀ ਦੇ ਨਾਲ ਦੇਖਦੇ ਨੇ ਉਸੇ ਪ੍ਰਕਾਰ ਹੀ ਅਸੀਂ ਤੁਹਾਨੂੰ ਦੱਸਿਆ ਹੈ। ਅਗਲੇਰੀ ਜਿਹੜੀ ਪੌੜੀ ਹੈ 36ਵੀਂ ਪੌੜੀ ਹੈ। ਸਤਿਗੁਰੂ ਮਹਾਰਾਜ ਜੀ ਉਸ ਪੌੜੀ ਦੇ ਵਿੱਚ ਕੀ ਉਪਦੇਸ਼ ਦਿੰਦੇ ਨੇ ਇਹ ਆਪਾਂ ਕੱਲ ਦੇ ਦੀਵਾਨਾਂ ਦੇ ਵਿੱਚ ਸ਼ਰਵਣ ਕਰਾਂਗੇ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥ ਨਾਦ ਵਿਨੋਦ ਕੌੜ ਆਨੰਦ। ਇਸ ਪੌੜੀ ਦੀ ਵਿਚਾਰ ਆਪਾਂ ਕੱਲ ਨੂੰ ਆਰੰਭ ਕਰਾਂਗੇ। ਆਓ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।